हेलो एवरीवन। ਅੱਜ ਆਪਾਂ ਰੀਡ ਕਰਦੇ ਕਲਾਸੀਫਿਕੇਸ਼ਨ ਔਨ ਬੇਸਿਸ ਆਫ ਅਥਾਰਟੀ ਕਿ ਆਪਾਂ ਅਥਾਰਟੀ ਦੇ ਬੇਸਿਸ ਤੇ ਇੱਕ ਕਿਵੇਂ ਆਪਾਂ ਲੀਡਰਸ ਨੂੰ ਕਲਾਸੀਫਾਈ ਕਰਦੇ ਹਾਂ। ਫਾਰਮਲ ਲੀਡਰਸ ਆਪਾਂ ਨੂੰ ਨਾਮ ਤੋਂ ਹੀ ਕਲੀਅਰ ਹੈ ਨਾ। ਫਾਰਮਲ ਲੀਡਰਸ ਕਿਵੇਂ ਹੋ ਜਾਣਗੇ? ਫਾਰਮਲ ਲੀਡਰਸ ਕੌਣ ਅਪਾਇੰਟ ਕਰਦਾ ਹੈ? ਮਤਲਬ ਫਾਰਮਲ ਲੀਡਰਸ are formally appointed or elected to direct and control the activities of the subordinates। formally appoint ਹੁੰਦੇ ਨੇ ਇਹ ਵੀ ਇਹਨਾਂ ਨੂੰ ਜਿਹੜੇ ਡਾਇਰੈਕਟ ਕਰਦੇ ਨੇ ਕੰਟਰੋਲ ਕਰਦੇ ਨੇ ਸਬਆਰਡੀਨੇਟਸ ਦੀ ਐਕਟੀਵਿਟੀਜ਼ ਨੂੰ। ਹੀ ਇਜ਼ ਅ ਪਰਸਨ ਕ੍ਰੀਏਟਡ ਬਾਈ ਦਾ ਫਾਰਮਲ ਸਟਰਕਚਰ। ਇਹ ਫਾਰਮਲ ਸਟਰਕਚਰ ਦੇ ਨਾਲ ਤੋਂ ਆਪਾਂ ਕ੍ਰੀਏਟ ਕਰਦੇ ਹਾਂ। ਇਹ ਆਰਗੇਨਾਈਜੇਸ਼ਨ ਦੀ ਅਥਾਰਟੀ ਨੂੰ ਇੰਜੋਏ ਕਰਦੇ ਨੇ ਅਤੇ ਅਕਾਊਂਟੇਬਲ ਹੁੰਦੇ ਨੇ ਉਹ ਜਿਹੜੇ ਲੋਕ ਇਹਨਾਂ ਨੂੰ मतलब वोट करते हैं इलैक्ट करते हैं। द फॉर्मल लीडर हैज़ टू फोल्ड रिस्पॉन्सिबिलिटी। ऑन द वन हैंड ही हैज़ टू फुलफिल द डिमांड्स ऑफ द ऑर्गेनाइजेशन। एक दो अथॉरिटीज़ ਦਿੱਤੇ ਵਿੱਚ ਇਹਨਾਂ ਨੇ ਰਿਸਪੌਂਸਿਬਿਲਿਟੀਜ਼ ਦਿੱਤੀਆਂ ਹੋਈਆਂ ਨੇ। ਇੱਕ ਰਿਸਪੌਂਸਿਬਿਲਿਟੀ ਦਿੱਤੀ ਵੀ ਹੈ ਕਿ ਇਹਨਾਂ ਨੂੰ ਡਿਮਾਂਡ ਆਰਗੇਨਾਈਜੇਸ਼ਨ ਦੀ ਡਿਮਾਂਡ ਇਹਨਾਂ ਨੇ ਫੁਲਫਿਲ ਕਰਨੀ ਹੈ। ਵਾਈਲ ਔਨ ਦ ਅਦਰ ਹੀ ਇਜ਼ ਆਲਸੋ ਸਪੋਜ਼ ਟੂ ਹੈਲਪ ਗਾਈਡ ਐਂਡ ਡਾਇਰੈਕਟ ਹਿਸ ਸਬਆਰਡੀਨੇਟ ਸੈਟਿਸਫਾਈਂਗ देयर ਨੀਡਸ ਐਂਡ ਐਸਪੀਰੈਂਸ। ਦੂਸਰੀ ਆਟੋਮੈਟਿਕਲੀ ਕਿ ਇਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਗਾਈਡ ਡਾਇਰੈਕਟ ਸਬਆਰਡੀਨੇਟਸ ਨੂੰ ਕਿ ਉਹਨਾਂ ਦੀ ਸੈਟਿਸਫਾਈ ਹੋਵੇ ਨੀਡਸ ਤੇ ਐਸਪੀਰੇਸ਼ਨਸ। ਇਨਫੋਰਮਲ ਲੀਡਰਸ ਕਿਹੜੇ ਹੁੰਦੇ ਨੇ? ਇਨਫੋਰਮਲ ਲੀਡਰਸ ਆਰ ਨਾਟ ਫਾਰਮਲੀ ਰਿਕੋਗਨਾਈਜ਼ਡ। ਇਹਨਾਂ ਨੂੰ ਫਾਰਮਲੀ ਆਪਾਂ ਵੋਟਿੰਗ ਸਿਸਟਮ ਨਾਲ ਰਿਕੋਗਨਾਈਜ਼ ਨਹੀਂ ਕਰਦੇ। ਦੇ ਡਰਾਈਵਡ ਅਥੋਰਿਟੀ ਫਰੋਮ ਦ ਪੀਪਲ ਹੂ ਆਰ ਅੰਡਰ ਦੇਅਰ ਇਨਫਲੂਐਂਸ। ਇਹ ਉਹਨਾਂ ਮਤਲਬ ਜਿਹੜੇ ਇਹਨਾਂ ਦੇ ਅੰਡਰ ਹੁੰਦੇ ਨੇ ਨਾ ਇਹ ਆਟੋਮੈਟਿਕਲੀ ਲੀਡਰ ਬਣ ਜਾਂਦੇ ਨੇ। ਇਹਨਾਂ ਨੂੰ ਆਰਗੇਨਾਈਜੇਸ਼ਨ ਕੈਨ ਆਲਵੇਜ਼ ਫਾਈਂਡ ਸਮ ਪਰਸਨਸ ਹੂ ਕਮਾਂਡ ਰਿਸਪੈਕਟ ਐਂਡ ਹੂ ਆਰ ਅਪਰੋਚ। ਹੁਣ ਕਈ ਵਾਰ ਕੀ ਹੁੰਦਾ ਕੋਈ ਪਰਸਨ ਹੁੰਦਾ ਜਿਵੇਂ ਆਪਣੇ ਸਕੂਲ ਦੇ ਵਿੱਚ ਵੀ ਅਗਰ ਆਪਣੇ ਸਕੂਲ ਦੇ ਵਿੱਚ ਵੀ ਕੋਈ ਇਹੋ ਜਿਹਾ ਟੀਚਰ ਹੁੰਦਾ ਵੀ ਜਿਹੜੀ ਪਤਾ ਵੀ ਲੀਡਰ ਨਹੀਂ ਕਹਿ ਸਕਦੇ ਉਸਨੂੰ ਆਪਾਂ ਬਟ ਸਾਰੇ ਉਸ ਤੋਂ ਸਲਾਹ ਲੈਂਦੇ ਨੇ। ਦੈਟ ਇਜ਼ ਦ ਪਰਸਨ। ਠੀਕ ਹੈ, ਉਹਨਾਂ ਨੂੰ ਗਾਈਡ ਕਰਦਾ ਹੈਲਪ ਕਰਦਾ ਪ੍ਰੋਟੈਕਟ ਕਰਦਾ। ਦ ਇਨਫੋਰਮਲ ਇਹਦੇ ਕੋਲ ਸਿਰਫ ਵਨ ਟਾਸਕ ਹੁੰਦਾ ਕਿ ਟੂ ਹੈਲਪ ਦੇਅਰ ਫੋਲੋਅਰਸ ਇਨ ਅਚੀਵਿੰਗ ਦੇਅਰ ਇੰਡੀਵਿਜੂਅਲ ਐਂਡ ਗਰੁੱਪ ਗੋਲਸ। ਇਹਦੀ ਕੋਈ ਆਰਗੇਨਾਈਜੇਸ਼ਨ ਪ੍ਰਤੀ ਕੋਈ ਉਹ ਨਹੀਂ ਹੁੰਦੀ ਬਟ ਇੰਡੀਵਿਜੂਅਲ ਦੀ ਹੈਲਪ ਕਰਨੀ ਗਰੁੱਪ ਗੋਲਸ ਨੂੰ ਇਫੈਕਟਿਵ ਬਣਾਉਣਾ ਇਹ ਇਹਦਾ ਹੁੰਦਾ ਕੰਮ। ਇਨਫੋਰਮਲ ਲੀਡਰਸ ਆਰ ਕ੍ਰੀਏਟਡ ਟੂ ਸੈਟਿਸਫਾਈ ਦੋਜ਼ ਨੀਡਸ which are not satisfied by the formal leaders। ਜਿਹੜੇ formal leaders ਨਹੀਂ satisfy ਕਰ ਪਾਉਂਦੇ ਉਹ ਵਾਲੀਆਂ needs informal leaders satisfy ਕਰਦੇ ਹੈ। an organization can make effective use of informal। ਇੱਕ organization ਨੂੰ ਬਹੁਤ ਅੱਛੇ ਤਰੀਕੇ ਨਾਲ ਆਉਣਾ ਚਾਹੀਦਾ ਕਿ informal leaders ਨੂੰ ਕਿਵੇਂ ਮਤਲਬ ਇਫੈਕਟਿਵ ਬਣਾਏ ਕਿ ਤਾਂ ਕਿ ਉਹਦੀ formal leadership ਵੀ ਇਫੈਕਟਿਵ ਬਣੇ। ਓਕੇ, ਲੀਡਰਸ਼ਿਪ ਸਟਾਈਲਸ ਇਨ ਇੰਡੀਅਨ ਆਰਗੇਨਾਈਜੇਸ਼ਨ। ਤਿੰਨ ਤਰ੍ਹਾਂ ਦੇ ਲੀਡਰਸ਼ਿਪ ਸਟਾਈਲਸ ਹੁੰਦੇ ਨੇ। ਫੈਮਿਲੀ ਮੈਨੇਜਡ, ਟ੍ਰੈਡੀਸ਼ਨਲ ਆਰਗੇਨਾਈਜੇਸ਼ਨ, ਪ੍ਰੋਫੈਸ਼ਨਲੀ ਮੈਨੇਜਡ ਐਂਡ ਪਬਲਿਕ ਸੈਕਟਰ ਆਰਗੇਨਾਈਜੇਸ਼ਨ। ਫਸਟ ਇਜ਼ ਫੈਮਿਲੀ ਮੈਨੇਜਡ ਆਰਗੇਨਾਈਜੇਸ਼ਨ। ਫੈਮਿਲੀ ਮੈਨੇਜਡ ਆਰਗੇਨਾਈਜੇਸ਼ਨਸ ਦੇ ਵਿੱਚ ਕੀ ਹੁੰਦਾ ਵੀ ਜੋ ਆਰਗੇਨਾਈਜੇਸ਼ਨ ਫੈਮਿਲੀ ਦੇ ਹੀ ਮੈਂਬਰਸ ਉਸਨੂੰ ਆਰਗੇਨਾਈਜ਼ ਕਰਦੇ ਨੇ ਮੈਨੇਜ ਕਰਦੇ ਨੇ। ਸਨਸ ਐਂਡ ਗ੍ਰੈਂਡਸਨਸ ਆਫ ਦ ਐਂਟਰਪ੍ਰੇਨਿਓਰਸ ਆਰ ਆਟੋਮੈਟਿਕਲੀ ਪ੍ਰਮੋਟਡ ਟੂ ਦ ਹੈਡ ਆਫ ਦ ਆਰਗੇਨਾਈਜੇਸ਼ਨ। ਜਿਹੜੇ ਮਤਲਬ ਜਿਹੜੇ ਬੱਚੇ ਹੁੰਦੇ ਨੇ ਗ੍ਰੈਂਡਸਨਸ ਹੁੰਦੇ ਨੇ ਉਹ ਜਦੋਂ ਬੜੇ ਹੁੰਦੇ ਰਹਿੰਦੇ ਨੇ ਆਟੋਮੈਟਿਕਲੀ ਪ੍ਰਮੋਟ ਹੁੰਦੇ ਰਹਿੰਦੇ ਨੇ ਆਰਗੇਨਾਈਜੇਸ਼ਨ ਦੇ ਹੈਡ 'ਤੇ। ਦੇਰ ਇਜ਼ ਨੋ ਕੰਸੀਡਰੇਸ਼ਨ ਆਫ ਕੰਪੀਟੈਂਸੀ। ਇਹਦੇ ਵਿੱਚ ਕੋਈ ਕੰਪੀਟੀਸ਼ਨਸ ਨਹੀਂ ਹੁੰਦਾ, ਐਕਸਪੀਰੀਅੰਸ ਸਕਿੱਲਸ ਨਹੀਂ ਹੁੰਦੇ। ਦ ਓਨਲੀ ਫੈਕਟਰ ਇਜ਼ ਦ ਕੰਟੀਨਿਊਏਸ਼ਨ ਆਫ ਅ ਬਲੱਡ ਰਿਲੇਸ਼ਨ ਐਂਡ ਇਨਹੈਰੀਟੈਂਸ। ਮਤਲਬ ਇਹਦੇ ਵਿੱਚ ਕੋਈ ਐਵੇਂ ਨਹੀਂ ਹੁੰਦਾ ਵੀ ਕਿਸ ਦੀ ਸਕਿੱਲ ਜ਼ਿਆਦਾ ਅੱਛੀ ਉਹੀ ਉੱਪਰ ਆਏਗਾ ਹੈ ਨਾ। ਸਪੋਜ਼ ਇੱਕ ਫੈਮਿਲੀ ਦੇ ਵਿੱਚ ਅਗਰ ਕੋਈ ਅੱਜ +2 ਦਾ ਵੀ ਬੱਚਾ ਉਹ ਵੀ ਆਫਿਸ ਦੇ ਵਿੱਚ ਜਾ ਕੇ ਬੈਠਣ ਲੱਗ ਜਾਏ ਉਹਨੂੰ ਵੀ ਆਪਾਂ ਪ੍ਰੋਪਰ ਮੈਨੇਜਮੈਂਟ ਹੀ ਕੰਸੀਡਰ ਕਰਾਂਗੇ। ਇਟਸ ਨਾਟ ਲਾਈਕ ਦੈਟ ਕਿ ਵੀ ਹੈਵ ਟੂ ਡਿਪੈਂਡ ਅਪੋਨ ਦ ਸਕਿੱਲਸ ਆਫ ਦੈਟ ਪਰਸਨ। It's not like that. It's only about the relation of the blood, inheritance, heredity. Okay, the leadership style of these organization is mostly autocratic। autocratic ਦਾ ਮਤਲਬ ਤੁਹਾਨੂੰ ਪਹਿਲਾਂ ਵੀ ਦੱਸੀ। auto ਮਤਲਬ ਸੈਲਫ, ਕ੍ਰੀਏਟਿਕ ਮਤਲਬ ਆਪਣਾ ਰੂਲ ਕਰਨਾ ਕਿ ਇਹ ਖੁਦ ਦਾ ਇੱਕ ਸੈਲਫ ਰੂਲ ਹੁੰਦਾ ਇਹਨਾਂ ਆਰਗੇਨਾਈਜੇਸ਼ਨਸ ਦੇ ਵਿੱਚ। ਥੀਸ ਆਰਗੇਨਾਈਜੇਸ਼ਨ ਬਿਕਮ ਹਾਈਲੀ ਸੈਂਟਰਲਾਈਜ਼ਡ। ਇਹ ਸੈਂਟਰਲਾਈਜ਼ਡ ਇਨ ਨੇਚਰ ਹੁੰਦੀਆਂ ਨੇ ਐਂਡ ਰਿਮੇਨ authoritarian। Okay, sorry, in approach. These styles are inherited by successors without much modifications। ਮਤਲਬ ਵੀ ਜਿੰਨੇ ਵੀ ਆਪਾਂ ਸਕਸੈਸ ਕਰਦੇ ਰਹਿੰਦੇ ਹਾਂ ਇਹਨਾਂ ਦਾ ਸਟਰਕਚਰ ਜਿਹੜਾ ਹਾਈਲੀ ਸੈਂਟਰਲਾਈਜ਼ਡ ਹੁੰਦਾ ਹੈ। ਅਥੋਰਿਟੀ ਸਿਰਫ ਇੱਕ ਪਰਸਨ ਮਤਲਬ ਐਵੇਂ ਅਥੋਰਿਟੀ ਉਹਨਾਂ ਪਰਸਨਸ ਕੋਲ ਹੀ ਹੁੰਦੀ ਹੈ ਜ਼ਿਆਦਾ। ਠੀਕ ਹੈ, ਪ੍ਰੋਫੈਸ਼ਨਲੀ ਮੈਨੇਜਡ ਆਰਗੇਨਾਈਜੇਸ਼ਨ। There are Indian organization and foreign owned organization which are professionally managed। ਜਿਹੜੀ ਇੰਡੀਅਨ ਆਰਗੇਨਾਈਜੇਸ਼ਨ ਤੇ foreign owned organizations ਹੁੰਦੀਆਂ ਨੇ ਜਿਹੜੀਆਂ ਪ੍ਰੋਫੈਸ਼ਨਲੀ ਮੈਨੇਜਡ ਹੁੰਦੀਆਂ ਨੇ।
ਇੰਡੀਅਨ ਆਰਗੇਨਾਈਜੇਸ਼ਨਸ ਦੇ ਵਿੱਚ ਕੀ ਹੁੰਦਾ, ਜਿਵੇਂ ਡੈਮੋਕ੍ਰੈਟਿਕ ਐਂਡ ਪਾਰਟਿਸਿਪੇਟਿਵ ਸਟਾਈਲਸ ਆਫ ਲੀਡਰਸ਼ਿਪ। ਦ ਪਰਸਨ, ਜਿਹੜੇ ਜ਼ਿਆਦਾ ਪਰਸਨ ਕੋਲ ਕੁਆਲੀਫਿਕੇਸ਼ਨਸ ਹੋਏਗੀ, ਜੋ ਕੰਪੀਟੈਂਟ ਹੋਏਗਾ ਕਿ ਮੈਨੇਜਰ ਸਕਿੱਲਸ ਨੂੰ ਪੂਰੀ ਤਰੀਕੇ ਨਾਲ, ਅੱਛੇ ਤਰੀਕੇ ਨਾਲ ਮਤਲਬ ਆਪਣੀ ਡਿਊਟੀ ਨਿਭਾ ਪਾਏਗਾ, ਉਹੀ ਆਪਾਂ ਪਰਸਨ ਨੂੰ ਇਲੈਕਟ ਕਰਦੇ। ਡੈਮੋਕ੍ਰੈਟਿਕ ਹੁੰਦੀ ਹੈ ਇਹ। ਮਲਟੀਨੈਸ਼ਨਲ ਕਾਰਪੋਰੇਸ਼ਨਸ ਨਾਟ ਓਨਲੀ ਬ੍ਰਿੰਗ ਟੈਕਨੋਲੋਜੀ ਵਿਦ them but also bring work culture which is conducive for application of modern approach of management। ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਕਾਰਪੋਰੇਸ਼ਨਸ ਹੁੰਦੀਆਂ ਨੇ, MNCs ਹੁੰਦੀਆਂ ਨੇ, ਉਹ ਸਿਰਫ ਇੱਕ ਆਪਣੇ ਕੋਲ ਟੈਕਨੋਲੋਜੀ ਨਹੀਂ ਲੈ ਕੇ ਆਉਂਦੀਆਂ, ਬਟ ਇੱਕ ਵਰਕ ਕਲਚਰ ਵੀ ਲੈ ਕੇ ਆਉਂਦੀਆਂ ਨੇ, ਇੱਕ ਅੱਛੀ ਮਾਡਰਨ ਅਪਰੋਚ ਲੈ ਕੇ ਆਉਂਦੀਆਂ ਨੇ ਮੈਨੇਜਮੈਂਟ ਦੀ ਵੀ। ਠੀਕ ਹੈ। ਦ ਡਿਗਰੀ ਆਫ ਪਾਰਟੀਸਿਪੇਸ਼ਨ ਇਨ ਦੀਜ਼ ਆਰਗੇਨਾਈਜੇਸ਼ਨਸ ਇਜ਼ ਵੈਰੀ ਹਾਈ, ਕਿਉਂਕਿ ਐਵਰੀਬਡੀ ਵਾਂਟਸ ਕਿ ਅਸੀਂ ਆਪਾਂ ਇੱਕ ਐਜੂਕੇਟਿਡ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰੀਏ, ਜਿਹਦੇ ਵਿੱਚ ਸਾਡੀ ਵੀ ਸਕਿੱਲਸ ਇਨਹੈਂਸ ਹੋਣ ਅਤੇ ਆਰਗੇਨਾਈਜੇਸ਼ਨਸ ਨੂੰ ਵੀ ਮਤਲਬ ਸਾਡੀ ਹੈਲਪ ਵੱਧ ਤੋਂ ਵੱਧ ਮਿਲੇ। ਪਬਲਿਕ ਸੈਕਟਰ ਆਰਗੇਨਾਈਜੇਸ਼ਨ ਇਹ ਕਿਹੜੀਆਂ ਆਰਗੇਨਾਈਜੇਸ਼ਨ ਹੁੰਦੀਆਂ ਨੇ, ਜਿਹੜੀਆਂ ਡਿਫਰੈਂਟ ਗਵਰਨਮੈਂਟ ਡਿਪਾਰਟਮੈਂਟਸ ਦੇ ਅੰਡਰ ਹੁੰਦੀਆਂ ਨੇ। ਠੀਕ ਹੈ। ਦ ਮੈਨੇਜਰੀਅਲ ਕੈਡਰਸ ਵਰ ਮੋਸਟਲੀ ਟੇਕਨ ਫਰੋਮ ਬਿਊਰੋਕ੍ਰੈਟਿਕ ਰੈਂਕ ਤੋਂ ਆਪਾਂ ਲੈਂਦੇ ਹਾਂ ਇਹਨਾਂ ਦੀ ਆਰਗੇਨਾਈਜੇਸ਼ਨ। ਜਿਵੇਂ ਸਿਵਲ ਸਰਵੈਂਟਸ ਜਿਹੜੇ ਹੁੰਦੇ ਨੇ, ਇਹਨਾਂ ਜਿਹੜੇ ਆਪਣੇ ਬਿਊਰੋਕ੍ਰੈਟਿਕ ਕਲਚਰ ਲੈ ਕੇ ਆਉਂਦੇ ਨੇ, ਇਹ ਉਹ ਹੁੰਦੇ ਨੇ ਇਹਦੇ ਵਿੱਚ ਅਪੁਆਇੰਟਡ ਹੁੰਦੇ ਨੇ ਵੀ, ਜਿਹੜੇ ਆਪਣਾ ਕਿਵੇਂ ਹੁੰਦੇ ਨੇ ਇਹਦੇ ਵਿੱਚ। ਦ ਇੰਪਲੀਕੇਸ਼ਨਸ ਆਫ ਥੀਸ ਮਾਡਲਸ ਆਰ ਸਟੇਟਡ ਡਿਫਰੈਂਸ਼ੀਅਲਸ, ਕਲਾਸ ਡਿਸਟਿੰਕਸ਼ਨਸ ਐਂਡ ਇੰਪਰਸਨਲ ਰਿਲੇਸ਼ਨਸ਼ਿਪ ਵਿਚ ਵਰਕ ਅਗੇਂਸਟ ਪਾਰਟੀਸਿਪੇਟਿਵ ਸਟਾਈਲਸ। ਮਤਲਬ ਕੁਛ ਵੀ ਜਿਹੜੇ ਆਪਾਂ ਡਿਫਰੈਂਟ ਸਟੇਟਸ ਹੁੰਦਾ ਇਹਨਾਂ ਦੇ ਵਿੱਚ, ਕੋਈ ਆਪਾਂ IAS ਆਫਿਸਰ ਹੁੰਦਾ ਹੈ ਨਾ, ਕੋਈ ਜਿਵੇਂ ਆਪਾਂ ਲਗਾ ਲਓ ਐਕਸਾਈਜ਼ ਆਫਿਸਰ ਹੋ ਗਏ, ਡਿਫਰੈਂਟ ਹੁੰਦੇ ਨੇ। ਪਰ ਜਨਰਲੀ ਜਿਹੜੀ ਬਿਊਰੋਕ੍ਰੈਟਿਕ ਸਟਾਈਲ ਹੁੰਦਾ ਨਾ ਪਬਲਿਕ ਸੈਕਟਰ ਦੇ ਵਿੱਚ, ਉਹ ਹਿੰਡਰੈਂਸ ਮਤਲਬ ਪ੍ਰੋਵਾਈਡ ਕਰਦਾ, ਰੁਕਾਵਟ ਪ੍ਰੋਵਾਈਡ ਕਰਦਾ ਇਹਨਾਂ ਆਰਗੇਨਾਈਜੇਸ਼ਨਸ ਦੀ ਗਰੋਥ ਹੋਣ 'ਤੇ। ਠੀਕ ਹੈ। ਜਿਵੇਂ ਕਰਪਸ਼ਨ ਦੇ ਤਾਂ ਰੀਜ਼ਨਸ ਹੋ ਸਕਦੇ ਨੇ, ਬਟ ਇਹਦੇ ਵਿੱਚ ਰੀਜ਼ਨ ਨਹੀਂ ਦੇ ਸਕਦਾ, ਬਟ ਕਰਪਸ਼ਨ ਇਜ਼ ਦ ਰੀਜ਼ਨ ਹੈ ਨਾ ਬਿਹਾਈਂਡ ਵੀ, ਉਹਨਾਂ ਦੀ ਹੀ ਰਵੇ ਇੱਥੇ ਬਹੁਤ ਟਾਈਮ ਤੱਕ। ਪ੍ਰੋਸੈਸ ਔਰ ਟੈਕਨੀਕਸ ਔਰ ਇਫੈਕਟਿਵ ਲੀਡਰਸ਼ਿਪ ਨੂੰ ਆਪਾਂ ਕਿਵੇਂ ਮਤਲਬ ਲੀਡਰਸ਼ਿਪ ਨੂੰ ਆਪਾਂ ਕਿਵੇਂ ਇਫੈਕਟਿਵ ਬਣਾ ਸਕਦੇ ਹਾਂ। ਦ ਲੀਡਰ ਸ਼ੁੱਡ ਕੰਸਲਟ ਦ ਗਰੁੱਪ ਇਨ ਫਰੇਮਿੰਗ ਦ ਪੋਲਿਸੀਜ਼ ਐਂਡ ਲਾਈਨਸ ਆਫ ਐਕਸ਼ਨ ਐਂਡ ਇਨ ਇਨੀਸ਼ੀਏਟਿੰਗ ਐਨੀ ਰੈਡੀਕਲ ਚੇਂਜ ਦੇਅਰ ਇਨ। ਕਿ ਲੀਡਰਸ ਨੂੰ ਆਪਣੇ ਗਰੁੱਪ ਨਾਲ ਕੰਸਲਟ ਕਰਨਾ ਚਾਹੀਦਾ, ਕੋਈ ਵੀ ਅਗਰ ਉਹ ਪੋਲਿਸੀਜ਼ ਅਤੇ ਲਾਈਨਸ ਆਫ ਐਕਸ਼ਨਸ ਬਣਾ ਰਿਹਾ, ਅਗਰ ਕੁਛ ਵੀ ਉਹਦੇ ਵਿੱਚ ਚੇਂਜਿਸ ਆ ਰਹੇ ਨੇ ਤਾਂ ਉਹ ਕੰਟੀਨਿਊ ਕਰ ਸਕਦੇ। ਓਕੇ। ਹੀ ਸ਼ੁੱਡ ਅਟੈਂਪਟ ਕੰਸਲਟ ਲਿਖ ਸਕਦੇ ਹਾਂ ਦੀ, ਔਰ ਮਤਲਬ ਕੰਸਲਟੇਸ਼ਨਸ। ਹੀ ਸ਼ੁੱਡ ਅਟੈਂਪਟ ਟੂ ਡਿਵੈਲਪ ਵੋਲੰਟਰਲੀ ਕੋਆਪਰੇਸ਼ਨ ਫਰੋਮ ਹਿਸ ਸਬਆਰਡੀਨੇਟਸ ਇਨ ਰਿਲੀਜ਼ਿੰਗ ਕਾਮਨ ਆਬਜੈਕਟਿਵਸ। ਉਹਨੂੰ ਵੋਲੰਟਰੀ ਆਪਣੀ ਇੱਛਾ ਦੇ ਨਾਲ ਕੋਆਪਰੇਟ ਕਰਨ ਉਹਦੇ ਨਾਲ ਸਬਆਰਡੀਨੇਟਸ, ਕਿ ਆਪਾਂ ਕੁਝ ਕਾਮਨ ਆਬਜੈਕਟਿਵਸ ਨੂੰ ਪਾ ਸਕੀਏ। ਹੀ ਸ਼ੁੱਡ ਐਕਸਰਸਾਈਜ਼ ਅਥੋਰਿਟੀ ਵੈਨ ਐਵਰ ਨੈਸੈਸਰੀ ਟੂ ਇੰਪਲੀਮੈਂਟ ਦ ਪੋਲਿਸੀਜ਼। ਉਹਨੂੰ ਤਦ ਹੀ ਆਪਣੀ ਅਥੋਰਿਟੀ, ਤਦ ਹੀ ਆਪਣੀ ਉਹ ਦਿਖਾਉਣੀ ਚਾਹੀਦੀ ਹੈ ਪਾਵਰ, ਕਿ ਜਦ ਕੁਛ ਨੈਸੈਸਰੀ ਹੋਵੇ ਕਿ ਆਪਾਂ ਨੇ ਇਹ ਪੋਲਿਸੀਜ਼ ਇੰਪਲੀਮੈਂਟ ਕਰਨੀਆਂ ਹੀ ਕਰਨੀਆਂ ਨੇ। ਹੀ ਸ਼ੁੱਡ ਗਿਵ ਕਲੀਅਰ, ਕੰਪਲੀਟ ਐਂਡ ਇੰਟੈਲੀਜੀਬਲ ਇੰਸਟਰਕਸ਼ਨ ਟੂ ਹਿਸ ਸਬਆਰਡੀਨੇਟਸ। ਠੀਕ ਹੈ। ਉਹਨੂੰ ਆਪਣੇ ਸਬਆਰਡੀਨੇਟਸ ਨੂੰ ਫਿਰ ਕਲੀਅਰ ਅਤੇ ਕੰਪਲੀਟ ਅਤੇ ਇੰਟੈਲੀਜੀਬਲ ਇੰਸਟਰਕਸ਼ਨਸ ਦੇ ਦੇਣੀ ਚਾਹੀਦੀ ਹੈ ਆਪਣੇ ਸਬਆਰਡੀਨੇਟਸ ਨੂੰ। ਹੀ ਸ਼ੁੱਡ ਬਿਲਡ ਅਪ ਕੌਨਫੀਡੈਂਸ ਐਂਡ ਜ਼ੀਲ ਇਨ ਹਿਜ਼ ਫੋਲੋਅਰਸ। ਉਹਨੂੰ ਆਪਣੇ ਕੌਨਫੀਡੈਂਸ ਅਤੇ ਜ਼ੀਲ, ਆਪਣੀ ਇੱਛਾ ਅਤੇ ਕੌਨਫੀਡੈਂਸ, ਤਾਕਤ ਉਹਨੂੰ ਦੇ ਦੇਣੀ ਚਾਹੀਦੀ ਹੈ, ਆਪਣੇ ਫੋਲੋਅਰਸ ਨੂੰ ਬਿਲਡਅਪ ਕਰਨਾ ਚਾਹੀਦਾ ਹੈ। ਹੀ ਸ਼ੁੱਡ ਲਿਸਨ ਟੂ ਹਿਜ਼ ਸਬਆਰਡੀਨੇਟਸ ਪ੍ਰੋਪਰਲੀ ਐਂਡ ਐਪਰੀਸ਼ੀਏਟ ਦੇਅਰ ਫੀਲਿੰਗਸ। ਉਹਨੂੰ ਆਪਣੇ ਸਬਆਰਡੀਨੇਟਸ ਨੂੰ ਪ੍ਰੋਪਰਲੀ ਸੁਣਨਾ ਚਾਹੀਦਾ ਅਤੇ ਉਹਨਾਂ ਦੀ ਫੀਲਿੰਗਸ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਹੀ ਸ਼ੁੱਡ ਕਮਿਊਨੀਕੇਟ ਇਫੈਕਟਿਵਲੀ। ਉਹਨਾਂ ਨੂੰ ਇੱਕ ਦੂਜੇ ਨਾਲ ਗੱਲ ਕਰਨੀ ਪ੍ਰੋਪਰਲੀ ਕਰਨੀ ਚਾਹੀਦੀ ਹੈ। ਹੀ ਸ਼ੁੱਡ ਫੋਲੋ ਦ ਪ੍ਰਿੰਸੀਪਲ ਆਫ ਮੋਟੀਵੇਸ਼ਨ। ਉਹਨੂੰ ਹਰ ਟਾਈਮ ਮੋਟੀਵੇਸ਼ਨ ਕਰਦਾ ਰਹਿੰਦਾ, ਵੈਦਰ ਫॉर ਫਰੋਮ ਨੋਨ ਮਤਲਬ ਮੋਨਿਟਰੀ ਵੈਦਰ ਨੋਨ ਮੋਨਿਟਰੀ। ਓਕੇ। ਸਕਸੈਸਫੁਲ ਲੀਡਰਸ਼ਿਪ ਵਰਸਸ ਇਫੈਕਟਿਵ ਲੀਡਰਸ਼ਿਪ। ਹੁਣ ਸਕਸੈਸਫੁਲ ਲੀਡਰਸ਼ਿਪ ਅਤੇ ਇਫੈਕਟਿਵ ਲੀਡਰਸ਼ਿਪ ਵੈਸੇ ਤਾਂ ਕਾਮਨ ਵਰਡ ਲੱਗ ਰਹੇ ਨੇ, ਬਟ ਇਹਨਾਂ ਦਾ ਮਤਲਬ ਰਿਲੇਸ਼ਨ ਇੱਕ ਦੂਜੇ ਤੋਂ ਥੋੜ੍ਹਾ ਜਿਹਾ ਤਾਂ ਡਿਫਰੈਂਟ ਹੁੰਦਾ ਹੀ ਹੈ। ਸਕਸੈਸਫੁਲ ਮੈਨੇਜਰਸ ਆਲਵੇਜ਼ ਇਫੈਕਟਿਵ, ਔਰ ਇਜ਼ ਦੇਅਰ ਅ ਡਿਸਟਿੰਕਸ਼ਨ ਬਿਟਵੀਨ ਸਕਸੈਸਫੁਲ ਲੀਡਰਸ ਐਂਡ ਇਫੈਕਟਿਵ ਲੀਡਰਸ। ਜਿਹੜੇ ਸਕਸੈਸਫੁਲ ਮੈਨੇਜਰਸ ਹੁੰਦੇ ਨੇ ਨਾ, ਉਹ ਆਲਵੇਜ਼ ਇਫੈਕਟਿਵ ਲੀਡਰਸ਼ਿਪ ਹੁੰਦੇ ਨੇ। ਇਫੈਕਟਿਵ ਮਤਲਬ ਇਹਨਾਂ ਦੀ ਲੀਡਰਸ਼ਿਪ ਹੁੰਦੀ ਹੈ। ਇਹ ਆਪਾਂ ਰੀਡ ਕਰਦੇ ਹਾਂ ਅੱਗੇ ਵੀ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ। ਅ ਮੈਨੇਜਰ ਆਲਵੇਜ਼ ਟਰਾਈ ਟੂ ਇਨਫਲੂਐਂਸ ਦ ਬਿਹੇਵੀਅਰ ਆਫ ਦ ਸਬਆਰਡੀਨੇਟਸ ਥਰੂ ਲੀਡਰਸ਼ਿਪ। ਠੀਕ ਹੈ। ਮੈਨੇਜਰ ਹਮੇਸ਼ਾ ਟਰਾਈ ਕਰਦਾ ਹੈ ਕਿ ਆਪਣੇ ਵੀ ਸਬਆਰਡੀਨੇਟਸ ਦਾ ਬਿਹੇਵੀਅਰ ਮਤਲਬ ਨੂੰ ਚੇਂਜ ਕਰਨਾ, ਇਨਫਲੂਐਂਸ ਕਰਨਾ, ਵਧਾਉਣਾ ਥਰੂ ਲੀਡਰਸ਼ਿਪ ਨੂੰ। ਦ ਸਬਆਰਡੀਨੇਟ ਮੇ ਕਮ ਅਪ ਟੂ ਦ ਐਕਸਪੈਕਟੇਸ਼ਨਸ ਆਫ ਦ ਲੀਡਰ ਔਰ ਨਾਟ। ਮਤਲਬ ਸਬਆਰਡੀਨੇਟਸ ਵੀ ਆਉਂਦਾ ਵੀ ਸਾਨੂੰ ਕੁਛ ਉਹਨਾਂ ਦੇ ਲੀਡਰ ਤੋਂ ਉਹਨਾਂ ਨੂੰ ਕੁਛ ਐਕਸਪੈਕਟੇਸ਼ਨਸ ਹੈ ਜਾਂ ਨਹੀਂ ਹੈ। Moreover, if the behavior of the subordinate is compatible with the expectations of the leader, it may due to two reasons। अगर मतलब subordinate
ਨੂੰ ਲੱਗਦਾ ਹੈ ਕਿ ਜੋ ਉਸਨੇ ਬਿਹੇਵੀਅਰ ਲੀਡਰ ਦਾ ਐਕਸਪੈਕਟ ਕੀਤਾ ਸੀ ਇਹ ਉਹੀ ਬਿਹੇਵੀਅਰ ਹੈ, ਤਾਂ ਉਹਨਾਂ ਨੇ ਦੋ ਰੀਜ਼ਨਸ ਦਿੱਤੇ ਨੇ। ਤਾਂ ਇੰਪੈਕਟ ਆਫ ਲੀਡਰਸ ਐਪਰੋਪਰੀਏਟ ਸਟਾਈਲ ਬਿਕੋਜ਼ ਆਫ ਦ ਪੋਜੀਸ਼ਨ ਪਾਵਰ ਆਫ ਦ ਲੀਡਰ, ਜਾਂ ਦੋ ਚੀਜ਼ਾਂ ਤੋਂ ਕਿਵੇਂ ਕਰਦਾ ਉਹ ਕੰਪੈਟੇਬਲ, ਕਿ ਜਾਂ ਤਾਂ ਵੀ ਸਾਡੇ ਜਿਹੜੇ ਲੀਡਰ ਹੈ ਉਹ ਪ੍ਰੋਪਰਲੀ ਐਪਰੋਪਰੀਏਟ ਸਟਾਈਲ ਆਪਣਾ ਯੂਜ਼ ਕਰ ਰਹੇ ਹੈ, ਜਾਂ ਕਿਉਂਕਿ ਉਹਦੀ ਪੋਜੀਸ਼ਨ ਐਵੇਂ ਦੀ ਹੈ ਉਹ ਤਾਂ ਆਪਣੀ ਉਹ ਯੂਜ਼ ਕਰ ਰਹੇ ਹੈ। ਦੋ ਰੀਜ਼ਨਸ ਆਉਂਦੇ ਨੇ ਇਹਦੇ ਵਿੱਚ, ਉਹ ਕਿਵੇਂ ਆਪਣੇ ਆਪ ਨੂੰ ਸਮਝ ਸਕਦੇ ਨੇ ਜਿਹੜੇ ਸਬਆਰਡੀਨੇਟਸ ਨੇ ਕਿ ਸਾਡਾ ਲੀਡਰ ਕੰਪੈਟੇਬਲ ਹੈ ਜਾਂ ਨਹੀਂ। ਇਨ ਦ ਫਸਟ ਕੇਸ ਦ ਲੀਡਰ ਇਜ਼ ਇਫੈਕਟਿਵ ਬਿਕੋਜ਼, ਇਹ ਆਪਾਂ ਨੂੰ ਫਸਟ ਤੋਂ ਹੀ ਕਲੀਅਰ ਹੋ ਰਿਹਾ ਉਹ ਕਿਉਂ ਇਫੈਕਟਿਵ ਹੈ, ਕਿਉਂਕਿ ਉਹਦਾ ਸਟਾਈਲ ਕਿਵੇਂ ਉਹ ਉਹਨਾਂ ਦੀ ਨੀਡਸ ਨੂੰ ਆਪਣੀਆਂ ਨੀਡਸ ਸਮਝਦਾ ਹੈ, ਕਿਵੇਂ ਉਹਨਾਂ ਦੇ ਗੋਲਸ ਨੂੰ ਮਤਲਬ ਸੈਟਿਸਫਾਈ ਕਰਦਾ ਔਰਗਨਾਈਜੇਸ਼ਨ ਵਿੱਚ। ਇਨ ਦ ਸੈਕਿੰਡ ਕੇਸ ਕੀ ਹੁੰਦਾ ਵੀ ਲੀਡਰਸ ਇਜ਼ ਸਕਸੈਸਫੁਲ ਬਟ ਹੀ ਇਜ਼ ਨਾਟ ਇਫੈਕਟਿਵ, ਉਹ ਸਕਸੈਸਫੁਲ ਤਾਂ ਹੈ ਬਟ ਉਹ ਇਫੈਕਟਿਵ ਨਹੀਂ ਹੈ। ਇਟ ਇਜ਼ ਬਿਕੋਜ਼ ਆਫ ਦ ਰੀਜ਼ਨ ਦੈਟ ਹੀ ਹੈਜ਼ ਰਿਸੀਵਡ ਦ ਡਿਜ਼ਾਇਰਡ ਰਿਸਪੌਂਸ ਫਰੋਮ ਦ ਸਬਆਰਡੀਨੇਟ ਬਟ ਬਾਈ ਯੂਜ਼ਿੰਗ ਹਿਜ਼ ਪਾਵਰ। ਉਹਨੂੰ ਰਿਸਪੌਂਸ ਤਾਂ ਮਿਲ ਰਿਹਾ ਹੈ ਸਬਆਰਡੀਨੇਟਸ ਪ੍ਰਤੀ, ਬਟ ਉਹ ਉਸਦੀ ਪੋਜੀਸ਼ਨ ਕਰਕੇ ਉਸਨੂੰ ਆਪਾਂ ਰਿਸਪੌਂਸ ਦੇ ਰਹੇ, ਆਪਣੀ ਵਿਲਿੰਗਨੈਸ ਨਾਲ ਉਸਨੂੰ ਆਪਾਂ ਰਿਸਪੌਂਸ ਨਹੀਂ ਦੇ ਰਹੇ। ਸਕਸੈਸ ਆਫ ਲੀਡਰਸ਼ਿਪ ਕਿਹਦੇ 'ਤੇ ਡਿਪੈਂਡ ਕਰਦੀ ਹੈ, ਹਾਊ ਦਾ ਇੰਡੀਵਿਜੂਅਲ ਔਰ ਦਾ ਗਰੁੱਪ ਬਿਹੇਵਸ, ਕਿ ਜੋ ਉਹਦੇ ਅੰਡਰ ਗਰੁੱਪ ਹੈ ਇੰਡੀਵਿਜੂਅਲਸ ਨੇ ਕਿਵੇਂ ਬਿਹੇਵ ਕਰ ਰਹੇ ਨੇ, ਉਹਦੀ ਪਾਰ ਕੀ ਹੈ, ਪੋਜੀਸ਼ਨ ਕੀ ਹੈ, ਉਹਦੀ ਕਿਵੇਂ ਉਹ ਸੁਪਰਵਾਈਜ਼ ਕਰ ਰਿਹਾ ਆਪਣੇ ਸਬਆਰਡੀਨੇਟਸ ਨੂੰ। effectiveness of leadership internal shape or predisposition of an individual or a group and thus it is a attitudinal in nature, मतलब अपनी internal shape ਉਹਦੇ ਪੋਜ਼ਿਟਿਵ ਨੈਗੇਟਿਵ ਉਹਦੀ ਕੀ ਪੋਜੀਸ਼ਨ ਹੈ, ਠੀਕ ਹੈ, ਉਹਦਾ ਕੀ ਐਟੀਟਿਊਡ ਹੈ ਟੂਵਰਡ ਨੇਚਰ ਪ੍ਰਤੀ। ਪਰਸਨਲ ਪਾਵਰ ਉਸ ਕੀ ਆਪਣੀ ਉਹਦੀ ਪਰਸਨਲ ਪਾਵਰਸ ਵੀ ਕਿਵੇਂ ਉਹ ਆਪਣੀ ਮਤਲਬ ਇਨਹੈਂਸ ਕਰਦਾ ਹੈ। ਜਨਰਲ ਸੁਪਰਵਿਜ਼ਨ ਸਭ ਨੂੰ ਇਕੁਅਲੀ ਸੁਪਰਵਾਈਜ਼ ਕਰ ਰਿਹਾ। The position power can be delegated downward in the organization, but the personal power cannot be delegated but is generated upward from below through acceptance by subordinates। ਜਿਹੜੀ ਪੋਜੀਸ਼ਨ ਪਾਵਰ ਹੁੰਦੀ ਹੈ ਨਾ ਉਹ ਤਾਂ ਆਪਾਂ ਡਾਊਨਵਰਡ ਤਰੀਕੇ ਨਾਲ ਡੈਲੀਗੇਟ ਕਰ ਸਕਦੇ ਹਾਂ, ਠੀਕ ਹੈ। ਜਿਹੜੀ ਪਰਸਨਲ ਪਾਵਰ ਹੁੰਦੀ ਹੈ ਉਹ ਜਨਰੇਟ ਹੁੰਦੀ ਹੈ ਅਪਵਰਡ ਫਰੋਮ ਬਿਲੋ, ਕਿਉਂਕਿ ਜਿੰਨਾ ਆਪਾਂ ਨੂੰ ਸਬਆਰਡੀਨੇਟ ਐਕਸੈਪਟ ਕਰੇਗਾ ਉਨੀ ਹੀ ਆਪਣੀ ਪਰਸਨਲ ਪਾਵਰ ਇਨਹੈਂਸ ਹੁੰਦੀ ਹੈ। ਦ ਸਕਸੈਸਫੁਲ ਐਂਡ ਇਫੈਕਟਿਵ ਕੰਟੀਨਿਊਮ ਇਜ਼ ਸ਼ੋਨ ਇਨ ਦ following figure। Thus a manager can be successful but ineffective। ਇੱਕ ਮੈਨੇਜਰ ਸਕਸੈਸਫੁਲ ਤਾਂ ਹੋ ਸਕਦਾ ਹੈ ਬਟ ਇਨਇਫੈਕਟਿਵ ਹੋ ਸਕਦਾ ਹੈ। ਇਟ ਮੀਨਸ ਹੀ ਵਿਲ ਹੈਵ ਓਨਲੀ ਸ਼ਾਰਟ ਰਨ ਇਨਫਲੂਐਂਸ ਓਵਰ ਦ ਬਿਹੇਵੀਅਰ ਆਫ ਅਦਰਸ। ਇਹ ਤੋਂ ਪਤਾ ਲੱਗਦਾ ਕਿ ਉਹਦਾ ਜੇ ਮਤਲਬ ਸ਼ਾਰਟ ਰਨ ਬਿਹੇਵੀਅਰ ਹੈ ਉਹਨੂੰ ਸਿਰਫ ਆਪਣੀ ਪੋਜੀਸ਼ਨ ਦਾ ਉਹ ਹੈ। A successful and effective manager is the ideal one whose influence tends to lead to long run productivity। ਇੱਕ successful ਤੇ effective manager ਦੋਨਾਂ 'ਚ ਮਤਲਬ ਇੱਕ ਮੈਨੇਜਰ 'ਚ ਦੋਨੋਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ, ਸਕਸੈਸਫੁਲ ਵੀ ਇਫੈਕਟਿਵ ਵੀ, ਤਾਂ ਹੀ ਇੱਕ ਆਪਣੀ ਆਰਗੇਨਾਈਜੇਸ਼ਨ ਲੌਂਗ ਰਨ ਪ੍ਰੋਡਕਟਿਵਿਟੀ 'ਤੇ ਰਨ ਕਰ ਸਕਦੀ ਹੈ। The successful and effective framework is just one way of evaluating the response to a specific behavioral aspect, not of evaluating performance over time। ਇੱਕ ਜਸਟ ਸਕਸੈਸਫੁਲ ਅਤੇ ਇਫੈਕਟਿਵ ਫਰੇਮਵਰਕ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਆਪਾਂ ਇਵੈਲੂਏਟ ਕਰ ਸਕਦੇ ਹਾਂ ਕਿ ਇਹ ਪ੍ਰੋਪਰ ਇੱਕ ਮਤਲਬ ਪਰਫੋਰਮੈਂਸ ਹੈ ਜਿਹੜੀ ਆਪਣੀ ਕੰਪਨੀ ਨੂੰ ਬਹੁਤ ਪ੍ਰੋਫਿਟ 'ਤੇ ਲੀਡ ਕਰ ਸਕਦੀ ਹੈ। ਲੀਡਰਸ਼ਿਪ ਇਜ਼ ਜਸਟ ਵਨ ਆਫ ਦ ਫੈਕਟਰ ਵਿਚ ਇਨਫਲੂਐਂਸ ਦ ਟੋਟਲ ਪਰਫੋਰਮੈਂਸ ਐਂਡ ਹੈਂਸ ਪਰਫੋਰਮੈਂਸ ਸ਼ੁੱਡ ਬੀ ਇਵੈਲੂਏਟਿਡ ਇਨ ਦ ਲਾਈਟ ਆਫ ਆਲ ਦਿਸ ਫੈਕਟਰ। ਇੱਕ ਲੀਡਰਸ਼ਿਪ ਹੀ ਹੁੰਦੀ ਹੈ ਜਿੱਥੋਂ ਆਪਾਂ ਇਨਫਲੂਐਂਸ ਕਰ ਸਕਦੇ ਹਾਂ ਟੋਟਲ ਪਰਫੋਰਮੈਂਸ। ਇੱਕ ਪਰਫੋਰਮੈਂਸ ਜਿਹੜੀ ਆਪਾਂ ਇਵੈਲੂਏਟ ਕਰਦੇ ਹਾਂ ਇਹ ਸਾਰੀ ਫੈਕਟਰਸ ਦਾ ਇੱਕ ਮਤਲਬ ਆਪਾਂ ਨੂੰ ਲੀਡਰਸ਼ਿਪ ਇੱਕ ਆਪਾਂ ਨੂੰ ਇਹ ਚੀਜ਼ ਪ੍ਰੋਵਾਈਡ ਕਰ ਦਿੰਦੀ ਹੈ ਕਿ ਆਪਣੀ ਆਰਗੇਨਾਈਜੇਸ਼ਨ ਇੱਕ ਅੱਛੇ ਵੇ ਦੇ ਨਾਲ ਰਨ ਹੋ ਰਹੀ ਹੈ ਕਿ ਨੈਗੇਟਿਵ ਆਸਪੈਕਟਸ ਦੇ ਨਾਲ ਰਨ ਹੋ ਰਹੀ ਹੈ। ਓਕੇ, ਨੈਕਸਟ ਹੈ ਆਪਣੀ ਕੁਝ ਥਿਊਰੀਜ਼ ਨੇ। ਫਸਟ ਹੈ ਆਪਣੀ ਟ੍ਰੇਟ ਥਿਊਰੀਜ਼। ਟ੍ਰੇਟ ਥਿਊਰੀ ਦੇ ਵਿੱਚ ਕੀ ਹੁੰਦਾ, ਟ੍ਰੇਟ ਮਤਲਬ ਆਪਣੇ ਜਿਹੜੇ ਇਨਰਸ ਆਪਣੇ ਜਿਵੇਂ ਫਿਜ਼ੀਕਲੀ ਕੀ ਆਪਣੇ ਸਿੰਪਟਮਸ ਹੈ, ਸੋਸ਼ਲੀ ਆਪਣੇ ਕੀ ਸਿੰਪਟਮਸ ਹੁੰਦੇ ਨੇ, ਪੋਲੀਟੀਕਲੀ ਆਪਾਂ ਕਿਵੇਂ ਆਪਾਂ ਸਟੇਬਲ ਆ, ਮੈਂਟਲੀ ਆਪਣੀ ਕੀ ਹੈਲਥ ਹੈ, ਠੀਕ ਹੈ। ਜਿਹੜੀ ਆਪਣੀ ਇਹ ਰਿਲੇਸ਼ਨ ਇਹਨਾਂ ਨੇ ਦਿੱਤਾ ਹੋਇਆ ਵੀ 3 ਮਤਲਬ ਅੰਟਿਲ ਅਪ ਟੂ 3 ਡਿਕੇਡਸ, ਇਹ ਪਹਿਲਾਂ ਇਹੀ ਚੱਲ ਰਿਹਾ ਸੀਗਾ ਅਰਲੀਐਸਟ, ਕਿ ਜਿਹਦੇ ਵਿੱਚ ਵੀ ਆਪਣੀ ਜਿਹੜੀ ਸਕਿੱਲਸ ਨੇ ਉਹ ਇਨਹੈਰੀਟਿਡ ਹੈ, ਮਤਲਬ ਬੌਰਨ ਹੀ ਹੈ, ਅੰਦਰੋਂ ਹੀ ਆਪਾਂ ਨੂੰ ਆਉਣੀ ਚਾਹੀਦੀ ਹੈ, ਕੋਈ ਆਪਾਂ ਨੂੰ ਸਿਖਾਉਂਦਾ ਨਹੀਂ, ਠੀਕ ਹੈ। ਅਕੋਰਡਿੰਗ ਟੂ ਦਿਸ ਥਿਊਰੀ ਦੇਰ ਆਰ ਸਰਟਨ ਪਰਸੋਨਲ ਕੁਆਲਿਟੀਜ਼ ਐਂਡ ਟ੍ਰੇਟਸ ਵਿਚ ਆਰ ਐਸੈਂਸ਼ੀਅਲ ਟੂ ਬੀ ਅ ਸਕਸੈਸਫੁਲ ਲੀਡਰ, ਕਿ ਉਹ ਖੁਦ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਅਗਰ ਤੁਸੀਂ ਇੱਕ ਸਕਸੈਸਫੁਲ ਲੀਡਰ ਬਣਨਾ ਹੈ। The advocates of this theory are of the opinion that persons who are leaders are psychological better adjusted to display better judgment and to engage themselves in a social activities। ਵੀ ਜਿਨ੍ਹਾਂ ਨੇ ਥਿਊਰੀ ਦਿੱਤੀ ਸੀ ਉਹ ਲੀਡਰਸ ਸਮਝਦੇ ਸੀਗੇ ਕਿ
ਸਾਈਕੋਲੋਜੀਕਲ ਬੈਟਰ ਐਡਜਸਟ ਕਰੇ ਉਹ ਆਪਣੇ ਆਪ ਨੂੰ, ਐਡਜਸਟਮੈਂਟ ਜਦ ਵੀ ਉਹਨੂੰ ਨੀਡ ਹੋਵੇ ਤੇ ਆਪਣੇ ਆਪ ਨੂੰ ਇੰਗੇਜ ਕਰੇ ਸੋਸ਼ਲ ਐਕਟੀਵਿਟੀਜ਼ ਦੇ, ਇਨਹੈਰੀਟੈਂਟ ਉਹਦੇ ਖੁਦ ਦੇ ਅੰਦਰ ਹੋਵੇ। ਦੇ ਸਿਕ ਮੋਰ ਇਨਫੋਰਮੇਸ਼ਨ, ਗਿਵਨ ਮੋਰ ਇਨਫੋਰਮੇਸ਼ਨ ਐਂਡ ਟੇਕ ਲੀਡ ਇਨ ਇੰਟਰਪ੍ਰੀਟਿੰਗ ਔਰ ਸਮਿੰਗ ਅਪ ਅ ਸਿਚੁਏਸ਼ਨ। ਮੋਸਟ ਆਫ ਦ ਟ੍ਰੇਟ ਥਿਊਰੀਜ਼ ਬਿਲੀਵ ਦੈਟ ਲੀਡਰਸ਼ਿਪ ਟ੍ਰੇਟ ਆਰ ਇਨਹੈਰੀਟਡ ਐਂਡ ਇਨਬੋਰਨ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹ ਅੰਦਰ ਹੀ ਹੋਣਾ ਚਾਹੀਦਾ ਇਹ ਚੀਜ਼। ਕੁਝ ਕੁਆਲਿਟੀਜ਼ ਉਹਨਾਂ ਨੇ ਦੱਸੀਆਂ ਨੇ ਕਿ ਦਿੱਤੇ ਫਿਜ਼ੀਕਲ ਐਂਡ ਮੈਂਟਲ ਐਨਰਜੀ। ਠੀਕ ਹੈ, ਆਪਣੀ ਫਿਜ਼ੀਕਲ ਆਪਣਾ ਕਿਵੇਂ ਦਿਖ ਰਿਹਾ, ਆਪਣੀ ਹਾਈਟ ਕੀ ਹੈ, ਆਪਣੀ ਮੈਂਟਲ ਐਬਿਲਿਟੀ ਕੀ, ਆਪਾਂ ਇੱਕ ਸਿਚੁਏਸ਼ਨ ਨੂੰ ਕਿਵੇਂ ਠੀਕ ਕਰ ਰਿਹਾ, ਇੰਥੋਜ਼ੀਆਜ਼ਮ ਆਪਣੇ ਕਿੰਨਾ ਆਪਾਂ ਮਤਲਬ ਇੰਥੋਜ਼ੀਆਸਟਿਕ ਹੈ, ਆਪਣੇ 'ਚ ਕਿੰਨੀ ਇੰਟੀਗ੍ਰਿਟੀ ਹੈ, ਡਿਸਿਵਨੈਸ, ਟੀਚਿੰਗ ਸਕਿੱਲਸ ਕੀ ਨੇ। ਠੀਕ ਹੈ, ਸੈਂਸ ਆਫ ਪਰਪਸ ਐਂਡ ਫਰੈਂਡਲੀ ਕਿੰਨਾ ਰਿਲੇਸ਼ਨ ਹੈ ਆਪਣੇ ਕੋਲ, ਟੈਕਨੀਕਲੀ ਮਾਸਟਰੀ ਆਪਣੇ ਕਿੰਨੀ ਟੈਕਨੀਕਲ ਨੌਲੇਜ ਹੈ, ਆਪਾਂ ਨੂੰ ਇੰਟੈਲੀਜੈਂਸ ਆਪਾਂ ਕਿੰਨੇ ਆਪਾਂ ਇੰਟੈਲੀਜੈਂਟ ਆ, ਫੇਥ, ਟਰਸਟ, ਫੇਥ। ਠੀਕ ਹੈ, ਇਹਦੇ ਵਿੱਚ ਕੀ ਹੈ ਕਿ ਅਜ਼ਿਊਮ ਕਰਦੇ ਨੇ ਕਿ ਜੋ ਇਟ ਇਜ਼ ਅ ਥਿਊਰੀ, ਇਟ ਇਜ਼ ਅਜ਼ਿਊਮ ਦੈਟ ਅ ਲੀਡਰ ਕੈਨ ਨਾਟ ਬਿਹੇਵ ਅਦਰ ਦੈਨ ਵਾਟ ਹਿਜ਼ ਪਰਸਨਲ ਟ੍ਰੇਟਸ। ਵੀ ਜੋ ਇਹ ਤੇ ਅਜ਼ਿਊਮ ਕਰਦੇ ਆ ਵੀ ਜੋ ਉਹਦੇ ਕੋਲ ਪਰਸਨਲ ਟ੍ਰੇਟਸ ਹੈ ਨਾ, ਉਹ ਤੋਂ ਬਿਨਾਂ ਇੰਡੀਵਿਜੂਅਲ ਕੁਝ ਪਰਫੋਰਮ ਹੀ ਨਹੀਂ ਕਰ ਸਕਦਾ। ਹੀ ਮੇ ਆਈਦਰ ਇਨਹੈਰੈਂਟਲੀ ਪੋਜ਼ਸ ਦੀਜ਼ ਟ੍ਰੇਟ ਔਰ ਮੇ ਹੈਵ ਐਕਵਾਇਰਡ ਦੈਮ ਥਰੂ ਲਰਨਿੰਗ, ਟ੍ਰੇਨਿੰਗ, ਐਕਸਪੀਰੀਐਂਸਿਸ। ਉਹਦੇ ਕੋਲ ਜਾਂ ਤਾਂ ਇਨਹੈਰੀਟਡ ਹੋਵੇ ਜਾਂ ਇਹ ਉਹ ਤੋਂ ਲਰਨਿੰਗ ਅਤੇ ਟ੍ਰੇਨਿੰਗ ਕਰਕੇ ਐਕਸਪੀਰੀਅੰਸ ਕਰੇ। ਕ੍ਰਿਟੀਸਾਈਜ਼ ਕੀ ਹੈ ਹੁਣ, ਇੱਕ ਮਤਲਬ ਇਹ ਤਾਂ ਨਹੀਂ ਹੋਏਗਾ ਕਿ ਹਰ ਸਿਚੁਏਸ਼ਨ 'ਤੇ ਉਹਨੂੰ ਇਹੀ ਚੀਜ਼ ਹੀ ਫੋਲੋ ਕਰਨੀ ਪਏਗੀ। ਹਰ ਸਰਕਮਸਟਾਂਸਿਸ ਦਾ ਆਪਣੀ ਉਸਨੂੰ ਆਪਾਂ ਨੂੰ ਹੁੰਦਾ ਨਾ ਆਪਣੀ ਆਪਣੀ ਨੇਚਰ, ਕਿਸ ਕੁਛ ਸਰਕਮਸਟਾਂਸਿਸ 'ਤੇ ਕੁਛ ਨੇਚਰ ਹੁੰਦੀ ਹੈ, ਕਿਸ ਸਰਕਮਸਟਾਂਸਿਸ 'ਤੇ ਆਪਾਂ ਆਪਣੀ ਕੁਛ ਨੇਚਰ ਨੂੰ ਐਨਹਾਂਸ ਕਰਦੇ ਹਾਂ। ਠੀਕ ਹੈ, ਦ ਟ੍ਰੇਟਸ ਹਮੇਸ਼ਾ ਯੂਨੀਫਾਰਮ ਨਹੀਂ ਹੁੰਦੇ, ਡਿਫਰੈਂਟ ਔਥਰਸ ਦਾ ਆਪਣਾ ਓਪੀਨੀਅਨ ਹੈ, ਡਿਫਰੈਂਟ ਟ੍ਰੇਟਸ ਨੇ। ਇਟ ਫਾਲਸ ਇਨਟੂ ਅਕਾਊਂਟ ਇਨਫਲੂਐਂਸ। ਹੁਣ ਇਹ ਕਈ ਵਾਰ ਕੀ ਹੁੰਦਾ ਵੀ ਅਦਰ ਫੈਕਟਰਸ ਆਫ ਲੀਡਰਸ਼ਿਪ 'ਤੇ ਇਨਫਲੂਐਂਸ ਨਹੀਂ ਕਰਦਾ, ਫੇਲ ਹੋ ਜਾਂਦਾ ਇਸ ਪ੍ਰੋਸੈਸ ਨੂੰ। ਦ ਥਿਊਰੀ ਫੇਲਸ ਟੂ ਇੰਡੀਕੇਟ ਦ ਕੰਪੈਰੇਟਿਵ ਇੰਪੋਰਟੈਂਸ ਆਫ ਡਿਫਰੈਂਟ ਟ੍ਰੇਟਸ। ਹੁਣ ਇੱਕ ਮਤਲਬ ਕੰਪੈਰੇਟਿਵ ਇੰਪੋਰਟੈਂਸ, ਹੁਣ ਆਪਾਂ ਕਿਸੇ ਹੋਰ ਟ੍ਰੇਟਸ ਨੂੰ ਆਪਾਂ ਨਿਗਲੈਕਟ ਨਹੀਂ ਕਰ ਸਕਦੇ। ਠੀਕ ਹੈ, ਦੇਰ ਆਰ ਮੈਨੀ ਪਰਸਨ ਹੂ ਹੈਵ ਆਊਟਸਟੈਂਡਿੰਗ ਲੀਡਰਸ ਇਨ ਬਿਜ਼ਨਸ। ਜਿਹੜੇ ਬਿਜ਼ਨਸ ਜਿਹੜੇ ਪਰਸਨਸ ਹੁੰਦੇ ਨੇ ਉਹ ਬਹੁਤ ਅੱਛੇ ਲੀਡਰਸ ਹੁੰਦੇ ਨੇ, ਬਟ ਉਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ। ਉਹਨਾਂ ਦੇ ਵਿੱਚ ਕਿਹੜੀ ਹੁੰਦੀ ਹੈ ਮਤਲਬ ਟ੍ਰੇਟਸ ਹੁੰਦੇ ਨੇ ਹਾਰਮਲੈਸ, ਹਿਊਮਰਲੈਸ, ਨੈਰੋ ਮਾਈਂਡਡ, ਅਨਜਸਟ, ਅਥੋਰੀਟੇਰੀਅਨ। ਮਤਲਬ ਉਹਨਾਂ ਦੇ ਖੁਦ ਦੇ ਆ ਹੁੰਦੇ ਵੀ ਨੈਰੋ ਮਾਈਂਡਡ ਹੁੰਦੇ, ਫਿਰ ਵੀ ਉਹਨਾਂ ਦੀ ਆਰਗੇਨਾਈਜੇਸ਼ਨ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਹੈ। ਠੀਕ ਹੈ, ਜਿਹੜੇ ਪਰਸਨਸ ਗੁੱਡ ਲੀਡਰਸ ਨਹੀਂ ਹੁੰਦੇ ਉਹਨਾਂ ਦੇ ਵਿੱਚ ਇਹ ਕੁਆਲਿਟੀਜ਼ ਹੋਣਗੀਆਂ। ਇਹ ਡਿਫਰੈਂਟ ਕਰਦਾ ਆਪਣੇ ਆਪਣੇ। ਹੁਣ ਆਪਾਂ ਕਿਵੇਂ ਆਪਾਂ ਕਿਸੇ ਬੰਦੇ ਦੀ ਨੇਚਰ ਨੂੰ ਕਿਵੇਂ ਦੱਸ ਸਕਦੇ ਹਾਂ, ਇੱਕ ਟਾਈਮ 'ਤੇ ਕੀ ਨੇਚਰ ਹੈ, ਕੀ ਇੱਕ ਟਾਈਮ 'ਤੇ ਕੀ ਨੇਚਰ ਹੈ। ਠੀਕ ਹੈ, ਨੈਕਸਟ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਬਾਕੀ ਥਿਊਰੀਜ਼ ਰੀਡ ਕਰਦੇ ਹਾਂ।